ਹਾਂਜੀ ਬੱਚਿਓ, ਸਤਿ ਸ਼੍ਰੀ ਅਕਾਲ। ਹੁਣ ਬੇਟੇ ਆਪਾਂ ਸਾਰੇ ਲੈਸਨਾਂ ਦੀਆਂ ਖਾਲੀ ਥਾਵਾਂ ਕਰਨ ਜਾ ਰਹੇ ਹਾਂ। ਸਾਰਿਆਂ ਨੇ ਧਿਆਨ ਨਾਲ ਸੁਣਨੀਆਂ ਨੇ ਅਤੇ ਯਾਦ ਕਰ ਲੈਣੀਆਂ ਨੇ। ਹਾਂਜੀ, ਪਹਿਲਾ ਕੁਐਸਚਨ ਹੈ, ਕੋਈ ਵੀ ਸੂਖਮ ਜੀਵ ਜਾਂ ਵੱਡਾ ਜੰਤੂ ਜੋ ਫਸਲਾਂ ਨੂੰ ਹਾਨੀ ਪਹੁੰਚਾਵੇ ਉਸ ਨੂੰ ਡੈਸ਼ ਕਹਿੰਦੇ ਹਨ। ਉਸ ਨੂੰ ਕਹਿੰਦੇ ਆ ਬੱਚੇ ਕੀਟ। ਜਦੋਂ ਖੇਤ ਵਿੱਚ ਇੱਕ ਕਿਸਮ ਦੇ ਪੌਦੇ ਉਗਾਏ ਜਾਂਦੇ ਹਨ ਤਾਂ ਉਸ ਨੂੰ ਡੈਸ਼ ਕਹਿੰਦੇ ਹਨ। ਉਸ ਨੂੰ ਕੀ ਕਹਿੰਦੇ ਆ? ਫਸਲ। ਸਰਦੀਆਂ ਵਿੱਚ ਬੀਜੀਆਂ ਜਾਣ ਵਾਲੀਆਂ ਫਸਲਾਂ ਨੂੰ ਡੈਸ਼ ਦੀਆਂ ਫਸਲਾਂ ਕਹਿੰਦੇ ਹਨ। ਰੱਬੀ ਦੀਆਂ ਫਸਲਾਂ ਕਹਿੰਦੇ ਆ ਬੱਚੇ ਨੂੰ। ਮੱਛੀ ਉਤਪਾਦਨ ਅਤੇ ਉਹਨਾਂ ਦੀ ਸਾਂਭ ਸੰਭਾਲ ਨੂੰ ਕੀ ਕਿਹਾ ਜਾਂਦਾ ਹੈ? ਮੱਛੀ ਪਾਲਣ। ਮੱਛੀ ਪਾਲਣ। ਫਸਲ ਉਤਪਾਦ ਨੂੰ ਬਾਜ਼ਾਰ ਵਿੱਚ ਵੇਚਣਾ ਡੈਸ਼ ਕਹਾਉਂਦਾ ਹੈ। ਫਸਲ ਉਤਪਾਦਨ ਨੂੰ ਵੇਚਣਾ ਬੱਚਿਓ ਕਹਾਉਂਦਾ ਹੈ ਮੰਡੀਕਰਨ। ਅਗਲਾ ਕੁਐਸਚਨ ਹੈ, ਘਰਾਂ ਵਿੱਚ ਦਾਣੇ ਡੈਸ਼ ਵਿੱਚ ਭੰਡਾਰਿਤ ਕੀਤੇ ਜਾਂਦੇ ਹਨ। ਕਿੱਥੇ ਭੰਡਾਰਿਤ ਕੀਤੇ ਜਾਂਦੇ ਆ? ਡਰੰਮਾਂ ਵਿੱਚ। ਡੈਸ਼ ਨੂੰ ਸੂਖਮਦਰਸ਼ੀ ਯੰਤਰ ਦੀ ਸਹਾਇਤਾ ਨਾਲ ਦੇਖਿਆ ਜਾ ਸਕਦਾ ਹੈ। ਸੂਖਮਦਰਸ਼ੀ ਨਾਲ ਆਪਾਂ ਕਿਹਨੂੰ ਦੇਖਦੇ ਹਾਂ? ਸੂਖਮ ਜੀਵਾਂ ਨੂੰ। ਕਿਸ ਨੂੰ ਦੇਖਦੇ ਹਾਂ? ਸੂਖਮ ਜੀਵ। ਉਹਨਾਂ ਨੂੰ ਕਾਹਦੇ ਨਾਲ ਦੇਖਿਆ ਜਾ ਸਕਦਾ? ਸੂਖਮਦਰਸ਼ੀ ਨਾਲ। ਡੈਸ਼ ਉਹ ਜੀਵਾਣੂ ਹੈ ਜੋ ਦਹੀਂ ਬਣਾਉਣ ਵਿੱਚ ਮਦਦ ਕਰਦਾ ਹੈ। ਕਲਾਸ 'ਚ ਬਹੁਤ ਵਾਰ ਕਰਾਇਆ ਹੈ। ਦੁੱਧ ਤੋਂ ਦਹੀਂ ਕਿਹੜਾ ਜੀਵਾਣੂ ਬਣਾਉਂਦਾ ਹੈ? ਲੈਕਟੋਬੈਸੀਲਸ। ਚੰਗੀ ਤਰ੍ਹਾਂ ਇਹਨੂੰ ਯਾਦ ਕਰ ਲਿਓ, ਲੈਕਟੋਬੈਸੀਲਸ। ਸਪੈਲਿੰਗ ਥੋੜ੍ਹੇ ਜਿਹੇ ਇਹਦੇ ਔਖੇ ਨੇ ਤਾਂ ਤੁਸੀਂ ਲਿਖ ਕੇ ਵੀ ਦੇਖ ਲਿਓ ਬੇਟੇ। ਅਗਲਾ ਕੁਐਸਚਨ ਜਿਹੜਾ ਹੈ, ਡੈਸ਼ ਵਰਗੀਆਂ ਉੱਲੀਆਂ ਭੋਜਨ ਵਿੱਚ ਵਿਸ਼ੈਲਾਪਨ ਕਰਦੀਆਂ ਹਨ। ਕਿਹੜੀ ਉੱਲੀ ਵਿਸ਼ੈਲਾਪਨ ਕਰਦੀ ਹੈ? ਐਸਪਰਜਿਲਸ। ਐਸਪਰਜਿਲਸ। ਇਹ ਤੁਹਾਨੂੰ ਲਿਖ ਕੇ ਹੀ ਯਾਦ ਹੋਣਗੇ। ਅਗਲਾ, ਪਾਸਚਰੀਕਰਨ ਦੌਰਾਨ ਦੁੱਧ ਨੂੰ ਡੈਸ਼ ਤੋਂ ਡੈਸ਼ ਤੱਕ ਗਰਮ ਕਰਕੇ ਅਚਾਨਕ ਠੰਡਾ ਕਰਕੇ ਸਟੋਰ ਕੀਤਾ ਜਾਂਦਾ ਹੈ। ਪਾਸਚਰੀਕਰਨ ਦੌਰਾਨ ਬੱਚੇ ਦੁੱਧ ਨੂੰ 70 ਡਿਗਰੀ ਸੈਲਸੀਅਸ ਤੋਂ 100 ਡਿਗਰੀ ਸੈਲਸੀਅਸ ਤੱਕ ਗਰਮ ਕਰ ਲੈਂਦੇ ਨੇ ਪਹਿਲਾਂ, ਫਿਰ ਇੱਕਦਮ ਉਸ ਨੂੰ ਠੰਡਾ ਕਰ ਦਿੰਦੇ ਨੇ, ਤਾਂ ਉਸ ਨੂੰ ਆਪਾਂ ਪਾਸਚਰੀਕ੍ਰਿਤ ਦੁੱਧ ਕਹਿ ਦਿੰਦੇ ਹਾਂ। ਉਸ ਨਾਲ ਦੁੱਧ ਜਿਹੜਾ ਖਰਾਬ ਨਹੀਂ ਹੁੰਦਾ। ਕੋਲੇ ਅਤੇ ਪੈਟਰੋਲੀਅਮ ਡੈਸ਼ ਬਾਲਣ ਹਨ। ਕਿਹੜੇ ਬਾਲਣ ਨੇ? ਪਥਰਾਟ ਬਾਲਣ। ਫੋਸਲ ਫਿਊਲਸ ਕਹਿੰਦੇ ਇਹਨਾਂ ਨੂੰ। ਹਵਾ, ਸੂਰਜੀ ਊਰਜਾ ਆਦਿ ਸਾਧਨ ਜੋ ਵਰਤੇ ਜਾਣ 'ਤੇ ਖਤਮ ਨਹੀਂ ਹੁੰਦੇ। ਜਿਹੜੇ ਵਰਤੇ ਜਾਣ 'ਤੇ ਨਾ ਖਤਮ ਹੋਣ, ਨਾ ਮੁੱਕਣ ਯੋਗ ਜਾਂ ਅਸੀਮਤ ਸਾਧਨ ਕਹਿੰਦੇ ਹਨ। ਮ੍ਰਿਤ ਬਨਸਪਤੀ ਦਾ ਕੋਲੇ ਵਿੱਚ ਬਦਲਣ ਦੀ ਕਿਰਿਆ ਨੂੰ ਕੀ ਕਹਿੰਦੇ ਨੇ? ਕਾਰਬਨੀਕਰਨ। ਕਾਰਬਨੀਕਰਨ। ਕੋਲੇ ਨੂੰ ਹਵਾ ਅਤੇ ਆਕਸੀਜਨ ਦੀ ਮੌਜੂਦਗੀ ਵਿੱਚ ਜਲਾਉਣ ਉਪਰੰਤ ਡੈਸ਼ ਗੈਸ ਪੈਦਾ ਹੁੰਦੀ ਹੈ। ਕੋਲੇ ਨੂੰ ਆਕਸੀਜਨ ਦੀ ਮੌਜੂਦਗੀ 'ਚ ਜਲਾਉਣ 'ਤੇ ਬੱਚੇ ਕਾਰਬਨ ਡਾਈਆਕਸਾਈਡ ਗੈਸ ਪੈਦਾ ਹੁੰਦੀ ਹੈ। CO2। 2 ਪੈਰਸ ਲਿਖਣੇ, ਕਾਰਬਨ ਡਾਈਆਕਸਾਈਡ। LPG ਦਾ ਕੈਲੋਰੀ ਮੁੱਲ ਕਿੰਨਾ ਹੈ? ਕਿੰਨਾ ਹੁੰਦਾ LPG? ਇਹਦਾ ਕੈਲੋਰੀ ਮੁੱਲ ਬਹੁਤ ਹੈ ਬੱਚੇ, ਤਾਂ ਹੀ ਆਪਾਂ ਇਸ ਨੂੰ ਘਰਾਂ ਵਿੱਚ ਵਰਤਦੇ ਹਾਂ। 55,000 ਕਿਲੋ ਜੂਲ ਪਰ ਕਿਲੋਗ੍ਰਾਮ, ਇੰਨਾ ਇਸ ਦਾ ਕੈਲੋਰੀ ਮੁੱਲ ਹੈ। ਇਹਦੇ ਨਾਲ ਆ ਤੁਸੀਂ ਇਕਾਈ ਵੀ ਯਾਦ ਰੱਖਣੀ ਹੈ, ਕਿਲੋ ਜੂਲ ਬਟੇ ਕਿਲੋਗ੍ਰਾਮ। 1 ਕਿਲੋ ਜਿਹੜਾ ਹੈ 55,000 ਕਿਲੋ ਜੂਲ ਹੀਟ ਪੈਦਾ ਕਰਦਾ, ਊਰਜਾ ਦਿੰਦਾ। ਡੈਸ਼ ਭਾਗ ਲਾਟ ਦਾ ਸਭ ਤੋਂ ਗਰਮ ਭਾਗ ਹੁੰਦਾ ਹੈ। ਕਿਹੜਾ ਭਾਗ ਸਭ ਤੋਂ ਗਰਮ ਹੈ? ਬਾਹਰੀ ਭਾਗ। ਡੈਸ਼ ਬਲਣ ਲਈ ਜ਼ਰੂਰੀ ਹੈ। ਬਲਣ ਦੇ ਲਈ ਕਿਹੜੀ ਚੀਜ਼ ਜ਼ਰੂਰੀ ਹੈ? ਆਕਸੀਜਨ। ਆਕਸੀਜਨ। ਇਹਦੀ ਆਪਾਂ ਕਿਰਿਆਵਾਂ ਵੀ ਕੀਤੀਆਂ ਸੀ ਕਲਾਸ ਦੇ ਵਿੱਚ। ਲੱਕੜ ਅਤੇ ਕੋਲੇ ਦਾ ਜਲਣਾ ਹਵਾ ਵਿੱਚ ਡੈਸ਼ ਦਾ ਕਾਰਨ ਬਣਦਾ ਹੈ। ਜੇ ਲੱਕੜ ਅਤੇ ਕੋਲਾ ਜਲਾਈ ਜਾਵਾਂਗੇ ਤਾਂ ਕੀ ਪੈਦਾ ਹੁੰਦਾ? ਪ੍ਰਦੂਸ਼ਣ। ਪ੍ਰਦੂਸ਼ਣ ਦਾ ਕਾਰਨ ਬਣਦਾ ਹੈ।
ਡੈਸ਼ ਘਰਾਂ ਵਿੱਚ ਵਰਤਿਆ ਜਾਣ ਵਾਲਾ ਤਰਲ ਬਾਲਣ ਹੈ। ਘਰਾਂ ਵਿੱਚ ਤਰਲ ਬਾਲਣ ਵਰਤਿਆ ਜਾਂਦਾ ਹੈ LPG, ਤਰਲ ਪੈਟਰੋਲੀਅਮ ਗੈਸ। ਇਹ ਘਰਾਂ ਵਿੱਚ ਵਰਤਿਆ ਜਾਣ ਵਾਲਾ ਤਰਲ ਬਾਲਣ ਹੈ। ਬਾਲਣ ਨੂੰ ਜਲਾਉਣ ਤੋਂ ਪਹਿਲਾਂ ਇਸ ਦੇ ਡੈਸ਼ ਤੱਕ ਗਰਮ ਕਰਨਾ ਚਾਹੀਦਾ ਹੈ। ਕਾਹਦੇ ਤੱਕ ਗਰਮ ਕਰਨਾ ਚਾਹੀਦਾ? ਜਲਨ ਤਾਪਮਾਨ ਤੱਕ। ਉਹਨੂੰ ਪ੍ਰਜਲਨ ਤਾਪਮਾਨ ਵੀ ਕਹਿ ਦਿੰਦੇ ਆ। ਜਲਨ ਤਾਪਮਾਨ। ਤੇਲ ਦੁਆਰਾ ਪੈਦਾ ਕੀਤੀ ਅੱਗ, ਇੱਥੇ ਅੱਗ ਆਉਣਾ ਸੀਗਾ। ਅੱਗ ਨੂੰ ਡੈਸ਼ ਦੁਆਰਾ ਕਾਬੂ ਨਹੀਂ ਕੀਤਾ ਜਾ ਸਕਦਾ। ਕਿਹਦੇ ਨਾਲ ਨਹੀਂ ਕੀਤਾ ਜਾ ਸਕਦਾ? ਪਾਣੀ। ਪ੍ਰਵਾਸੀ ਪੰਛੀ ਭਾਰਤ ਵਿੱਚ ਡੈਸ਼ ਰੁੱਤ ਵਿੱਚ ਆਉਂਦੇ ਹਨ। ਕਿਹੜੀ ਰੁੱਤ ਵਿੱਚ ਆਉਂਦੇ ਆ ਬੱਚੇ? ਸਰਦ ਰੁੱਤ ਵਿੱਚ। ਡੈਸ਼ ਪ੍ਰਜਾਤੀਆਂ ਕਿਸੇ ਵਿਸ਼ੇਸ਼ ਖੇਤਰ ਵਿੱਚ ਪਾਈਆਂ ਜਾਂਦੀਆਂ ਹਨ। ਜਿਹੜੀਆਂ ਵਿਸ਼ੇਸ਼ ਖੇਤਰ 'ਚ ਪਾਈਆਂ ਜਾਂਦੀਆਂ ਹੋ ਗਈਆਂ ਖੇਤਰੀ, ਵਿਸ਼ੇਸ਼ ਖੇਤਰੀ ਪ੍ਰਜਾਤੀਆਂ। ਵਿਸ਼ੇਸ਼ ਖੇਤਰੀ ਪ੍ਰਜਾਤੀਆਂ ਕਿਸੇ ਵਿਸ਼ੇਸ਼ ਖੇਤਰ 'ਚ ਪਾਈਆਂ ਜਾਂਦੀਆਂ। ਪੰਜਾਬ ਦਾ ਰਾਜ ਪਸ਼ੂ ਡੈਸ਼ ਵੀ ਖਤਰੇ ਦੀ ਕਗਾਰ ਵਾਲਾ ਜੀਵ ਹੈ। ਪੰਜਾਬ ਦਾ ਰਾਜ ਪਸ਼ੂ ਕਿਹੜਾ ਹੈ? ਕਾਲਾ ਹਿਰਨ। ਯਾਦ ਰੱਖਿਓ ਬੱਚੇ। ਅਗਲਾ, ਮਹੀਨੇ ਦਾ ਪਹਿਲਾ ਹਫਤਾ। ਕਾਲਾ ਹਿਰਨ ਆਪਾਂ ਇੱਥੇ ਲਿਖ ਦਿੰਦੇ ਹਾਂ। ਅਗਲਾ ਕੁਐਸਚਨ ਆਪਾਂ ਨੂੰ ਦਿਖ ਨਹੀਂ ਰਿਹਾ, ਇਸ ਕਰਕੇ ਕਾਲਾ ਹਿਰਨ। ਡੈਸ਼ ਮਹੀਨੇ ਦਾ ਪਹਿਲਾ ਹਫਤਾ ਜੰਗਲੀ ਜੀਵ ਸੁਰੱਖਿਆ ਹਫਤੇ ਵਜੋਂ ਮਨਾਇਆ ਜਾਂਦਾ ਹੈ। ਕਿਹੜੇ ਮਹੀਨੇ ਦਾ ਮਨਾਇਆ ਜਾਂਦਾ? ਅਕਤੂਬਰ ਮਹੀਨੇ ਦਾ ਬੱਚੇ। ਅਕਤੂਬਰ ਮਹੀਨੇ ਦਾ ਜਿਹੜਾ ਪਹਿਲਾ ਹਫਤਾ ਹੈ ਉਸ ਨੂੰ ਜੰਗਲੀ ਜੀਵ ਸੁਰੱਖਿਆ ਹਫਤੇ ਵਜੋਂ ਮਨਾਇਆ ਜਾਂਦਾ ਹੈ। ਕਾਂਜਲੀ ਜਲਗਾਹ ਪੰਜਾਬ ਦੇ ਡੈਸ਼ ਜ਼ਿਲ੍ਹੇ ਵਿੱਚ ਹੈ। ਕਾਂਜਲੀ ਕਿੱਥੇ ਹੈ? ਜਲਗਾਹ ਕਪੂਰਥਲੇ ਵਿੱਚ। ਕਪੂਰਥਲਾ। ਅਗਲਾ ਕੁਐਸਚਨ ਹੈ, ਉਪਜਾਊ ਭੂਮੀ ਨੂੰ ਡੈਸ਼ ਵਿੱਚ ਬਦਲਣ ਦੀ ਕਿਰਿਆ ਨੂੰ ਮਾਰੂਥਲੀਕਰਨ ਕਹਿੰਦੇ ਹਨ। ਉਪਜਾਊ ਤੋਂ ਹੁਣ ਮਾਰੂਥਲੀਕਰਨ ਹੈ ਤਾਂ ਕੀ ਹੈ? ਉਪਜਾਊ ਭੂਮੀ ਤੋਂ ਮਾਰੂਥਲ। ਰੇਗਿਸਤਾਨ ਜਦੋਂ ਬਣ ਜਾਵੇ ਨਾ, ਰੇਗਿਸਤਾਨ ਲਿਖ ਲਓ। ਰੇਗਿਸਤਾਨ ਵਿੱਚ ਬਦਲਣ ਦੀ ਕਿਰਿਆ ਨੂੰ ਮਾਰੂਥਲੀਕਰਨ ਕਹਿੰਦੇ। ਮਾਰੂਥਲ ਦਾ ਮਤਲਬ ਮਿੱਟੀ ਹੋ ਜਾਣਾ ਪੂਰੀ। ਸ਼ੁਕਰਾਣੂ ਤੇ ਅੰਡਾਣੂ ਦੇ ਮੇਲ ਦੀ ਕਿਰਿਆ ਨੂੰ ਡੈਸ਼ ਕਹਿੰਦੇ ਹਨ। ਉਸ ਨੂੰ ਕਹਿੰਦੇ ਆ ਬੱਚੇ ਨਿਸ਼ੇਚਨ। ਨਿਸ਼ੇਚਨ। ਡੈਸ਼ ਪ੍ਰਜਨਨ ਦੌਰਾਨ ਯੁਗਮਕਾਂ ਦਾ ਮੇਲ ਨਹੀਂ ਹੁੰਦਾ। ਦੋ ਤਰ੍ਹਾਂ ਦੇ ਪ੍ਰਜਨਨ ਹੁੰਦੇ ਆ, ਲਿੰਗੀ ਤੇ ਲਿੰਗੀ। ਤਾਂ ਕਿਹੜੇ ਪ੍ਰਜਨਨ ਦੌਰਾਨ ਯੁਗਮਕਾਂ ਦਾ ਮੇਲ ਨਹੀਂ ਹੁੰਦਾ? ਅਲਿੰਗੀ ਪ੍ਰਜਨਨ। ਯਾਦ ਰੱਖਿਓ, ਅਲਿੰਗੀ ਪ੍ਰਜਨਨ। ਅਗਲਾ ਹੈਗਾ, ਡੈਸ਼ ਵਿੱਚ ਦੋ ਖੰਡਨ ਹੁੰਦਾ ਹੈ। ਇੱਕ ਤੋਂ ਟੁੱਟ ਕੇ ਦੋ ਜੀਵ ਕਿਸ ਵਿੱਚ ਬਣ ਜਾਂਦੇ ਨੇ? ਅਮੀਬਾ ਵਿੱਚ। ਤਾਂ ਅਮੀਬਾ ਵਿੱਚ ਬੱਚੇ ਕੀ ਹੁੰਦਾ ਹੈ? ਦੋ ਖੰਡਨ। ਮਨੁੱਖ ਵਿੱਚ ਡੈਸ਼ ਕਿਰਿਆ ਹੁੰਦੀ ਹੈ। ਕਿਹੜੀ ਨਿਸ਼ੇਚਨ ਕਿਰਿਆ ਹੁੰਦੀ ਹੈ? ਅੰਦਰੂਨੀ। ਤੁਸੀਂ ਇੱਕ ਵਾਰ ਇਸ ਨੂੰ ਧਿਆਨ ਨਾਲ ਸੁਣਿਓ ਸਾਰੇ, ਕਿਉਂਕਿ ਜਿਹੜੇ ਆਨਸਰ ਨੇ ਉਹ ਪਿੱਛੇ ਵੀ ਲਿਖੇ ਹੋਏ ਨੇ, ਪਰ ਤੁਸੀਂ ਜਿਹੜੀ ਵੀਡੀਓ ਹੈ ਪੂਰੀ ਧਿਆਨ ਨਾਲ ਸੁਣਨੀ ਹੈ ਸਾਰਿਆਂ ਨੇ। ਆਨਸਰ ਲਿਖਣ ਦੀ ਕੋਈ ਬਹੁਤ ਨਹੀਂ, ਇੱਕ ਵਾਰ ਯਾਦ ਕਰੋਗੇ ਤੁਸੀਂ ਹੁਣ ਇਸ ਨੂੰ। ਅਗਲਾ ਹੈ, ਯੁਗਮਜ ਦੇ ਵਾਰ-ਵਾਰ ਵਿਭਾਜਨ ਤੋਂ ਬਾਅਦ ਡੈਸ਼ ਪੈਦਾ ਹੁੰਦਾ ਹੈ। ਯੁਗਮਕ ਦੇ ਵਾਰ-ਵਾਰ ਵਿਭਾਜਨ ਤੋਂ ਬਾਅਦ ਕੀ ਪੈਦਾ ਹੁੰਦਾ ਹੈ? ਭਰੂਣ। ਅੰਡਾਣੂ ਦਾ ਸ਼ੁਕਰਾਣੂ ਦੁਆਰਾ ਨਿਸ਼ੇਚਨ ਹੋਣ ਤੋਂ ਉਸ ਤੋਂ ਬਾਅਦ ਕੀ ਬਣਦਾ ਹੈ? ਯੁਗਮਜ। ਯੁਗਮਜ ਤੋਂ ਵਾਰ-ਵਾਰ ਵਿਭਾਜਨ ਹੋ ਕੇ ਬਣ ਗਿਆ ਭਰੂਣ। ਅੰਤਰਸਾਮੀ ਗ੍ਰੰਥੀਆਂ ਹਾਰਮੋਨ ਨੂੰ ਸਿੱਧੇ ਕਿੱਥੇ ਛੱਡਦੀਆਂ ਨੇ? ਲਹੂ ਵਿੱਚ। ਲਹੂ ਵਿੱਚ ਛੱਡਦੀਆਂ ਹਨ। ਡੈਸ਼ ਦੇ ਲਿੰਗੀ ਗੁਣਸੂਤਰ ਜਨਮ ਤੋਂ ਪਹਿਲਾਂ ਬੱਚੇ ਦਾ ਲਿੰਗ ਨਿਰਧਾਰਨ ਕਰਦੇ ਹਨ। ਬੱਚੇ ਦਾ ਲਿੰਗ ਨਿਰਧਾਰਨ ਨਰ ਦੇ ਲਿੰਗੀ ਗੁਣਸੂਤਰਾਂ ਤੋਂ ਹੁੰਦਾ ਹੈ, ਕਿਉਂਕਿ ਨਰ ਵਿੱਚ ਕਿਹੜੇ ਗੁਣਸੂਤਰ ਹੁੰਦੇ ਨੇ? XY। ਤਾਂ ਇਸ ਲਈ ਕਿੱਥੋਂ ਪਤਾ ਲੱਗੂਗਾ? ਨਰ ਦੇ ਲਿੰਗੀ ਗੁਣਸੂਤਰ ਤੋਂ। ਗ੍ਰੰਥੀਆਂ ਦੁਆਰਾ ਰਿਸਾਅ ਕੀਤੇ ਰਸਾਇਣਿਕ ਪਦਾਰਥਾਂ ਨੂੰ ਕੀ ਕਿਹਾ ਜਾਂਦਾ? ਹਾਰਮੋਨ। ਗ੍ਰੰਥੀਆਂ ਜਿਹੜੇ ਤੁਹਾਡੇ ਕੋਲ ਰਸਾਇਣਿਕ ਪਦਾਰਥ ਪੈਦਾ ਕਰਦੀਆਂ ਨੇ ਉਸ ਨੂੰ ਬੱਚੇ ਕਹਿੰਦੇ ਆ ਹਾਰਮੋਨ। ਪ੍ਰੌੜ ਅਵਸਥਾ ਵਿੱਚ ਚਿਹਰੇ ਦੀਆਂ ਫਿੰਸੀਆਂ
ਡੈਸ਼ ਗ੍ਰੰਥੀ ਦੀ ਕਿਰਿਆਸ਼ੀਲਤਾ ਵੱਧ ਜਾਣ ਕਾਰਨ ਪੈਦਾ ਹੁੰਦੀਆਂ ਹਨ। ਪ੍ਰੌੜ ਅਵਸਥਾ ਵਿੱਚ ਬੇਟੇ ਫਿੰਸੀਆਂ ਜਿਹੜੀਆਂ ਹੁੰਦੀਆਂ ਉਹ ਸਵੇਸ਼ੀਅਸ ਗਲੈਂਡਸ ਹੁੰਦੀਆਂ ਨੇ, ਉਹਨਾਂ ਕਰਕੇ ਪੈਦਾ ਹੁੰਦੀਆਂ। ਸਵੇਸ਼ੀਅਸ ਤੇਲ ਦੀਆਂ ਗ੍ਰੰਥੀਆਂ ਹੁੰਦੀਆਂ, ਸਵੇਸ਼ੀਅਸ ਗ੍ਰੰਥੀਆਂ। ਨਾਲ ਉਦੋਂ ਜਿਹੜੀ ਪਸੀਨੇ ਵਾਲੇ ਗ੍ਰੰਥੀਆਂ ਉਹ ਵੀ ਬਹੁਤ ਜ਼ਿਆਦਾ ਐਕਟਿਵ ਹੋ ਜਾਂਦੀਆਂ ਨੇ, ਤਾਂ ਇਹਨਾਂ ਗ੍ਰੰਥੀਆਂ ਕਰਕੇ ਚਿਹਰੇ 'ਤੇ ਫਿੰਸੀਆਂ ਹੋਣ ਲੱਗ ਜਾਂਦੀਆਂ। ਅਗਲਾ ਕੁਐਸਚਨ ਹੈ 38ਵਾਂ, ਪ੍ਰਤੀ ਇਕਾਈ ਡੈਸ਼ ਵਿੱਚ ਲੱਗ ਰਹੇ ਬਲ ਨੂੰ ਦਬਾਹਾਂ। ਪ੍ਰਤੀ ਇਕਾਈ ਖੇਤਰਫਲ, ਪ੍ਰਤੀ ਇਕਾਈ ਖੇਤਰਫਲ ਜਿਹੜਾ ਬਲ ਲੱਗ ਰਿਹਾ ਉਸ ਨੂੰ ਕੀ ਕਹਿੰਦੇ ਆ? ਦਬਾਅ। ਤਾਂ ਦਬਾਅ ਕੀ ਹੁੰਦਾ? ਬਲ ਵਟੇ ਖੇਤਰਫਲ। ਇਸ ਲਈ ਬਣ ਗਿਆ ਪ੍ਰਤੀ ਇਕਾਈ ਖੇਤਰਫਲ ਵਿੱਚ ਲੱਗ ਰਹੇ ਬਲ ਨੂੰ ਦਬਾਅ ਕਹਿੰਦੇ ਹਨ। ਅਗਲਾ ਕੁਐਸਚਨ ਹੈ ਗੁਰਤਾਕਰਸ਼ਣ ਬਲ ਇੱਕ ਖਿੱਚਦਾ ਨਾ ਬਲ, ਇਸ ਲਈ ਇਹਨੂੰ ਆਪਾਂ ਕਹਿ ਦਾਂਗੇ ਆਕਰਸ਼ਕ ਬਲ ਹੈ। ਗੁਰਤਾਕਰਸ਼ਣ ਬਲ ਇੱਕ ਆਕਰਸ਼ਕ ਬਲ ਹੈ। ਚੁੰਬਕ ਦਾ ਦੱਖਣੀ ਸਿਰਾ ਉੱਤਰੀ ਸਿਰੇ ਨੂੰ ਕੀ ਕਰਦਾ? ਦੋਨੋਂ ਉਲਟ ਹੋ ਗਏ ਸਿਰੇ, ਦੱਖਣੀ ਤੇ ਉੱਤਰੀ। ਤਾਂ ਦੱਖਣੀ ਸਿਰਾ ਉੱਤਰੀ ਸਿਰੇ ਨੂੰ ਆਕਰਸ਼ਿਤ ਕਰਦਾ ਹੈ। ਜੇ ਉਲਟ ਸਿਰੇ ਆ ਤਾਂ ਆਕਰਸ਼ਿਤ ਕਰਨਗੇ, ਜੇ ਸੇਮ ਸਿਰੇ ਆ ਤਾਂ ਅਪਕਰਸ਼ਿਤ ਕਰਨਗੇ। ਖੂਹ ਤੋਂ ਪਾਣੀ ਕੱਢਣ ਲਈ ਰੱਸੀ 'ਤੇ ਕੀ ਲਾਉਣਾ ਪੈਂਦਾ ਬੱਚਿਓ? ਬਲ ਲਾਉਣਾ ਪੈਂਦਾ ਹੈ। ਬਲ ਜਾਂ ਖਿੱਚਣਾ ਪੈਂਦਾ ਹੈ, ਐਂ ਕਹਿ ਦਿੰਦੇ ਆ। ਇੱਕ ਚਾਰਜਿਤ ਵਸਤੂ ਅਨਚਾਰਜਿਤ ਵਸਤੂ ਨੂੰ ਕੀ ਕਰਦੀ ਹੈ? ਇੱਕ 'ਤੇ ਚਾਰਜ ਹੈ, ਇੱਕ 'ਤੇ ਚਾਰਜ ਹੈ ਨਹੀਂ, ਤਾਂ ਅਨਚਾਰਜਿਤ ਵਸਤੂ ਨੂੰ ਆਕਰਸ਼ਿਤ ਕਰਦੀ ਹੈ, ਖਿੱਚੂਗੀ ਉਸ ਨੂੰ ਆਪਣੇ ਵੱਲ। ਤੁਸੀਂ ਆਪਾਂ ਕਿਰਿਆ ਕੀਤੀ ਸੀ ਉਹ ਜਿਹੜੇ ਕਾਗਜ਼ ਦੇ ਟੁਕੜੇ ਜੇ, ਤਾਂ ਸਕੇਲ ਜਾਂ ਕੰਘਾ ਜਦੋਂ ਚਾਰਜ ਕਰ ਲੈਂਦੇ ਕਾਗਜ਼ ਦੇ ਟੁਕੜਿਆਂ ਨੂੰ ਆਪਦੇ ਵੱਲ ਆਕਰਸ਼ਿਤ ਕਰ ਲੈਂਦਾ। ਅਗਲਾ ਕੁਐਸਚਨ ਹੈ ਡੈਸ਼ ਇੱਕ ਵਿਰੋਧੀ ਬਲ ਹੈ ਜੋ ਉਦੋਂ ਕਾਰਜ ਵਿੱਚ ਆਉਂਦਾ ਹੈ ਜਦੋਂ ਇੱਕ ਸਤ੍ਹਾ ਦੂਜੀ ਸਤ੍ਹਾ ਉੱਤੇ ਚੱਲਦੀ ਹੈ। ਵਿਰੋਧੀ ਬਲ ਹੈ, ਕਦੋਂ ਕੰਮ ਆਉਂਦਾ? ਕਿਹੜਾ ਬਲ ਹੈ ਵਿਰੋਧੀ ਬਲ? ਵਿਰੋਧੀ ਬਲ ਤੋਂ ਹੀ ਪਤਾ ਲੱਗ ਗਿਆ ਤਾਂ ਰਗੜ ਬਲ। ਜਦੋਂ ਦੋ ਸਤ੍ਹਾਵਾਂ ਇੱਕ ਦੂਜੇ ਦੇ ਨੇੜੇ ਆਉਂਦੀਆਂ ਤਾਂ ਰਗੜ ਬਲ ਪੈਦਾ ਹੋ ਜਾਂਦਾ। ਦਰਵ ਦੁਆਰਾ ਲਗਾਏ ਗਏ ਰਗੜ ਬਲ ਨੂੰ ਕਿਹੜੀ ਰਗੜ ਕਹਿੰਦੇ ਆ? ਦਰਵ ਰਗੜ ਜਾਂ ਡਰੈਗ ਕਹਿ ਦਿੰਦੇ ਆ ਇਸ ਨੂੰ। ਦਰਵ ਰਗੜ ਜਾਂ ਡਰੈਗ। ਦੋਹਾਂ ਹੱਥਾਂ ਨੂੰ ਰਗੜਨ ਨਾਲ ਡੈਸ਼ ਪੈਦਾ ਹੁੰਦਾ ਹੈ। ਕੀ ਪੈਦਾ ਹੁੰਦਾ? ਹੱਥਾਂ ਨੂੰ ਰਗੜਨ ਨਾਲ ਤਾਪ। ਅਗਲਾ ਕੁਐਸਚਨ ਹੈ ਕਿਸੇ ਵਸਤੂ ਦੁਆਰਾ ਇੱਕ ਡੋਲਨ ਨੂੰ ਪੂਰਾ ਕਰਨ ਲਈ ਲੱਗੇ ਸਮੇਂ ਨੂੰ ਕੀ ਕਹਿੰਦੇ ਹਨ? ਉਸ ਨੂੰ ਕਹਿੰਦੇ ਆ ਬੱਚੇ ਆਵਰਤਕਾਲ। ਇੱਕ ਡੋਲਨ ਨੂੰ ਪੂਰਾ ਕਰਨ ਲਈ ਲੱਗੇ ਸਮੇਂ ਨੂੰ ਆਵਰਤਕਾਲ ਕਹਿੰਦੇ ਹਨ। ਧੁਨੀ ਨੂੰ ਸੰਚਾਰ ਲਈ ਡੈਸ਼ ਚਾਹੀਦਾ ਹੈ। ਧੁਨੀ ਨੂੰ ਸੰਚਾਰ ਲਈ ਕੀ ਚਾਹੀਦਾ ਹੈ? ਮਾਧਿਅਮ। ਧੁਨੀ ਡੈਸ਼ ਵਿੱਚ ਸਭ ਤੋਂ ਵੱਧ ਗਤੀ ਨਾਲ ਸੰਚਾਰ ਕਰਦੀ ਹੈ। ਧੁਨੀ ਸਭ ਤੋਂ ਤੇਜ਼ ਕਾਹਦੇ 'ਚ ਚੱਲਦੀ ਹੈ? ਠੋਸ ਵਿੱਚ। ਹਰਟਜ਼ ਡੈਸ਼ ਦੀ ਇਕਾਈ ਹੈ। ਹਰਟਜ਼ ਬੱਚੇ ਕਿਹਦੀ ਇਕਾਈ ਹੈ? ਆਵਰਤੀ ਦੀ ਇਕਾਈ ਹੈ। ਅਣਚਾਹੀ ਧੁਨੀ ਨੂੰ ਕੀ ਕਹਿੰਦੇ ਨੇ? ਸ਼ੋਰ ਕਹਿੰਦੇ ਆ ਬੱਟੇ। ਅਣਚਾਹੀ ਧੁਨੀ ਨੂੰ ਸ਼ੋਰ ਕਿਹਾ ਜਾਂਦਾ ਹੈ। ਅਗਲਾ ਕੁਐਸਚਨ ਹੈ ਤੁਹਾਡੇ ਕੋਲੇ 20,000 ਹਰਟਜ਼ ਤੋਂ ਵੱਧ ਵਾਲੀ ਆਵਰਤੀ ਧੁਨੀ ਨੂੰ ਡੈਸ਼ ਕਹਿੰਦੇ ਹਨ। 20,000 ਤੋਂ ਵੱਧ ਜਿਹੜੀ ਆਵਰਤੀ ਹੋ ਗਈ ਉਹਨੂੰ ਕਹਿੰਦੇ ਨੇ ਬੱਚੇ ਪ੍ਰਾਸਰਵਨ ਧੁਨੀ। ਪ੍ਰਾਸਰਵਨ ਧੁਨੀ, ਇਹਦੀ ਆਵਰਤੀ 20,000 ਹਰਟਜ਼ ਤੋਂ ਵੱਧ ਹੁੰਦੀ ਹੈ। ਧੁਨੀ ਦੇ ਤਿੱਖੇਪਨ ਨੂੰ ਡੈਸ਼ ਕਹਿੰਦੇ ਹਨ। ਧੁਨੀ ਦੇ ਤਿੱਖੇਪਨ ਨੂੰ ਕਿਹਾ ਜਾਂਦਾ ਬੱਚੇ ਪਿੱਚ। ਧਾਤਾਂ ਬਿਜਲੀ ਦੀਆਂ ਡੈਸ਼ ਹੁੰਦੀਆਂ ਹਨ। ਧਾਤਾਂ ਬਿਜਲੀ ਦੀਆਂ ਕੀ ਨੇ? ਸੁਚਾਲਕ। ਚੁੰਬਕੀ ਟੈਸਟਰ ਬਿਜਲੀ ਧਾਰਾ ਦੇ ਡੈਸ਼ ਪ੍ਰਭਾਵ ਦੀ ਵਰਤੋਂ ਕਰਦਾ ਹੈ। ਚੁੰਬਕੀ ਟੈਸਟਰ ਜਿਹੜਾ ਹੈਗਾ ਉਹ ਚੁੰਬਕੀ ਪ੍ਰਭਾਵ ਦੀ ਵਰਤੋਂ ਕਰਦਾ ਬੇਟੇ। ਅਗਲਾ ਕੁਐਸਚਨ ਹੈ ਬਿਜਲੀ ਟੈਸਟਰ ਬਿਜਲੀ ਧਾਰਾ ਦੇ ਡੈਸ਼ ਪ੍ਰਭਾਵ ਦੀ ਵਰਤੋਂ ਕਰਦਾ ਹੈ। ਦੇਖੋ ਉੱਪਰ ਚੁੰਬਕੀ ਟੈਸਟਰ ਹੈ ਤਾਂ ਚੁੰਬਕੀ ਪ੍ਰਭਾਵ ਦੀ ਵਰਤੋਂ ਕਰਦਾ, ਅਤੇ ਬਿਜਲੀ ਟੈਸਟਰ ਕਿਹੜੇ ਪ੍ਰਭਾਵ ਦੀ ਵਰਤੋਂ ਕਰਦਾ? ਤਾਪਨ ਪ੍ਰਭਾਵ ਦੀ ਜਾਂ ਬਿਜਲੀ ਪ੍ਰਭਾਵ ਦੀ। ਤੁਸੀਂ ਤਾਪਨ ਪ੍ਰਭਾਵ ਲਿਖ ਦਿਓ।
ਅਗਲਾ ਆ ਗਿਆ, ਜਦੋਂ ਬਿਜਲੀ ਧਾਰਾ ਕਿਸੇ ਇਲੈਕਟ੍ਰੋਲਾਈਟ ਵਿੱਚੋਂ ਲੰਘਦੀ ਹੈ ਤਾਂ ਉਹ, ਜਦੋਂ ਬਿਜਲੀ ਧਾਰਾ ਲੰਘੂਗੀ ਬੇਟੇ ਇਲੈਕਟ੍ਰੋਲਾਈਟ ਵਿੱਚ, ਜਿਵੇਂ ਮੰਨ ਲਓ ਕਿਸੇ ਪਾਣੀ ਵਿੱਚ ਲੰਘੀ ਤਾਂ ਕਾਹ 'ਚ ਟੁੱਟ ਜੂਗਾ, ਨਮਕ ਹੈ ਜਿਵੇਂ ਆਇਨਾਂ ਵਿੱਚ ਟੁੱਟ ਜੂਗਾ। ਜਦੋਂ ਬਿਜਲੀ ਧਾਰਾ ਕਿਸੇ ਇਲੈਕਟ੍ਰੋਲਾਈਟ ਵਿੱਚ ਲੰਘਦੀ ਹੈ ਤਾਂ ਉਹ ਆਇਨਾਂ ਵਿੱਚ ਟੁੱਟ ਜਾਂਦਾ ਹੈ। ਗੈਲਵੈਨੀਕਰਨ ਵਿੱਚ ਲੋਹੇ ਉੱਪਰ ਡੈਸ਼ ਦੀ ਪਰਤ ਚੜ੍ਹਾਈ ਜਾਂਦੀ ਹੈ। ਗੈਲਵੈਨੀਕਰਨ ਵਿੱਚ ਲੋਹੇ ਉੱਪਰ ਜ਼ਿੰਕ ਦੀ ਪਰਤ ਚੜ੍ਹਾਈ ਜਾਂਦੀ ਹੈ। ਕੋਵਿਡ-19 ਇੱਕ ਡੈਸ਼ ਰੋਗ ਹੈ। ਕੋਵਿਡ-19 ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ, ਤਾਂ ਇਹ ਕੀ ਹੈ, ਵਿਸ਼ਵ ਪੱਧਰੀ ਮਹਾਂਮਾਰੀ, ਪੂਰੇ ਵਿਸ਼ਵ ਦੇ ਵਿੱਚ ਫੈਲ ਗਈ ਸੀ ਨਾ ਇਹ, ਤਾਂ ਇਸ ਨੂੰ ਕਹਿੰਦੇ ਨੇ ਵਿਸ਼ਵ ਪੱਧਰੀ ਮਹਾਂਮਾਰੀ। ਦੋ ਵਸਤੂਆਂ ਨੂੰ ਰਗੜਨ ਨਾਲ ਡੈਸ਼ ਅਤੇ ਡੈਸ਼ ਤਰ੍ਹਾਂ ਦੇ ਚਾਰਜ ਪੈਦਾ ਹੁੰਦੇ ਹਨ। ਕਿਹੜੇ ਚਾਰਜ ਪੈਦਾ ਹੁੰਦੇ ਹੈ? ਧਨ ਅਤੇ ਰਿਣ, ਪਲੱਸ ਅਤੇ ਮਾਈਨਸ। ਧਨ ਨੂੰ ਪਲੱਸ ਕਹਿੰਦੇ ਹੈ, ਰਿਣ ਨੂੰ ਮਾਈਨਸ ਕਹਿੰਦੇ ਹੈ। ਦੋ ਵਸਤੂਆਂ ਨੂੰ ਰਗੜਨ ਨਾਲ ਧਨ ਅਤੇ ਰਿਣ ਤਰ੍ਹਾਂ ਦੇ ਚਾਰਜ ਪੈਦਾ ਹੁੰਦੇ ਹਨ। ਡੈਸ਼ ਤੇਜ਼ੀ ਨਾਲ ਫੈਲਣ ਵਾਲੀ ਬਿਮਾਰੀ ਹੁੰਦੀ ਹੈ ਜੋ ਕਿਸੇ ਵਿਸ਼ੇਸ਼ ਖੇਤਰ ਦੀ ਵੱਡੀ ਆਬਾਦੀ ਵਿੱਚ ਫੈਲਦੀ ਹੈ। ਤਾਂ ਜਿਹੜੇ ਕਿਸੇ ਖਾਸ ਖੇਤਰ ਦੀ ਵੱਡੀ ਆਬਾਦੀ 'ਚ ਫੈਲੇ ਉਹਨੂੰ ਮਹਾਂਮਾਰੀ ਕਹਿੰਦੇ ਆਪਾਂ। ਇਸ ਨੂੰ ਕਿਹਾ ਜਾਂਦਾ ਬੇਟੇ ਮਹਾਂਮਾਰੀ। ਮਹਾਂਮਾਰੀ। ਗਤੀਸ਼ੀਲ ਹਵਾ ਨੂੰ ਕੀ ਕਹਿੰਦੇ ਆ? ਗਤੀਸ਼ੀਲ ਹਵਾ ਨੂੰ ਪੌਣ ਆਖਦੇ ਹਨ। ਕਿਸੇ ਅਣਚਾਰਜਿਤ ਵਸਤੂ ਨੂੰ ਡੈਸ਼ ਨਾਲ ਚਾਰਜਿਤ ਕੀਤਾ ਜਾ ਸਕਦਾ। ਕੋਈ ਵੀ ਵਸਤੂ ਕਿਹਦੇ ਨਾਲ ਚਾਰਜਿਤ ਕੀਤੀ ਜਾ ਸਕਦੀ ਹੈ? ਰਗੜ ਦੇ ਨਾਲ। ਪ੍ਰਕਾਸ਼ ਦੀ ਅਣਹੋਂਦ ਨੂੰ ਡੈਸ਼ ਕਹਿੰਦੇ ਹਨ। ਨਾ ਪ੍ਰਕਾਸ਼ ਹੋਵੇ ਤਾਂ ਆਪਾਂ ਕੀ ਕਹਾਂਗੇ? ਹਨੇਰਾ। ਹਨੇਰਾ ਕਹਿ ਲਓ, ਅੰਧਕਾਰ ਕਹਿ ਲਓ, ਜੋ ਮਰਜ਼ੀ ਕਹਿ ਲਓ ਉਸਨੂੰ, ਜੇ ਪ੍ਰਕਾਸ਼ ਨਾ ਹੋਵੇ ਆਪਣੇ ਕੋਲ। ਪ੍ਰਕਾਸ਼ ਡੈਸ਼ ਪਦਾਰਥਾਂ ਵਿੱਚ ਲੰਘ ਸਕਦਾ ਹੈ। ਕਿਹੜੇ ਪਦਾਰਥ ਵਿੱਚ? ਪਾਰਦਰਸ਼ੀ ਵਿੱਚ ਹੀ ਲੰਘਦਾ ਨਾ, ਸ਼ੀਸ਼ੇ ਵਿੱਚ ਤੇ ਆਪਾਂ ਨੂੰ ਦਿਖ ਜਾਂਦਾ, ਤਾਂ ਪ੍ਰਕਾਸ਼ ਕਿਹਦੇ ਵਿੱਚ ਲੰਘਦਾ? ਪਾਰਦਰਸ਼ੀ ਪਦਾਰਥਾਂ ਵਿੱਚ। ਸੂਰਜੀ ਪ੍ਰਕਾਸ਼ ਡੈਸ਼ ਰੰਗਾਂ ਦਾ ਬਣਿਆ ਹੁੰਦਾ ਹੈ। ਸੂਰਜੀ ਪ੍ਰਕਾਸ਼ ਕਿੰਨੇ ਰੰਗਾਂ ਦਾ ਬਣਿਆ? 7 ਰੰਗਾਂ ਦਾ। ਮਨੁੱਖੀ ਅੱਖ ਵਿੱਚ ਪ੍ਰਤੀਬਿੰਬ ਬਹੁਤ ਇੰਪੋਰਟੈਂਟ ਕੁਐਸਚਨ ਹੈ। ਪ੍ਰਤੀਬਿੰਬ ਮਨੁੱਖੀ ਅੱਖ 'ਚ ਕਿੱਥੇ ਬਣਦਾ? ਰੈਟੀਨਾ 'ਤੇ। ਰੈਟੀਨਾ ਚੰਗੀ ਤਰ੍ਹਾਂ ਯਾਦ ਕਰ ਲਿਓ, ਰੈਟੀਨਾ 'ਤੇ ਪ੍ਰਤੀਬਿੰਬ ਬਣਦਾ ਹੈ। ਡੈਸ਼ ਆਪਣੀਆਂ ਅੱਖਾਂ ਵੱਖ-ਵੱਖ ਦਿਸ਼ਾਵਾਂ ਵਿੱਚ ਘੁਮਾ ਸਕਦਾ ਹੈ। ਇਹ ਪਹਿਲੀ ਵੀਡੀਓ 'ਚ ਵੀ ਆਇਆ ਸੀ ਆਪਣੇ ਕੁਐਸਚਨ। ਗਿਰਗਿਟ ਹੈ, ਜਦੋਂ ਤੁਹਾਨੂੰ ਮੈਂ ਕਿਹਾ ਸੀ ਇੱਕ ਅੱਖ ਉੱਧਰ ਘੁਮਾ ਸਕਦਾ, ਇਹ ਆਪਣੀਆਂ ਅੱਖਾਂ ਨੂੰ ਵੱਖ-ਵੱਖ ਦਿਸ਼ਾਵਾਂ ਵਿੱਚ ਘੁਮਾ ਸਕਦਾ ਹੈ, ਗਿਰਗਿਟ। ਮਧੂਮੱਖੀ ਪਾਲਣ ਅਤੇ ਸਾਂਭ ਸੰਭਾਲ ਨੂੰ ਕੀ ਕਹਿੰਦੇ ਨੇ? ਇਹ ਸੌਖਾ ਹੀ ਹੈ, ਉਸ ਨੂੰ ਮਧੂਮੱਖੀ ਪਾਲਣ ਕਿਹਾ ਜਾਂਦਾ ਹੈ। ਇਹਦਾ ਆਨਸਰ ਤਾਂ ਵਿੱਚ ਹੀ ਹੋ ਗਿਆ ਇਹਦੇ। ਇਹ ਹੋ ਗਏ ਆਪਣੇ ਬੱਚੇ 68 ਕੁਐਸਚਨ ਖਾਲੀ ਥਾਵਾਂ। ਆਹ ਬੇਟੇ ਇਸ ਦੇ ਸਾਰੇ ਆਨਸਰ ਲਿਖੇ ਹੋਏ ਨੇ। ਜੇ ਉੱਪਰੋਂ ਮੇਰੇ ਲਿਖੇ ਨਾ ਸਮਝ ਆਏ ਹੋਣ ਤੁਹਾਨੂੰ ਤਾਂ ਇਹ ਚੰਗੀ ਤਰ੍ਹਾਂ ਤੁਸੀਂ ਸਾਰੇ ਪੜ੍ਹ ਲੈਣੇ, ਯਾਦ ਕਰ ਲੈਣੇ ਬੇਟੇ। ਤਿਆਰੀ ਕਰੋ ਆਪਦੇ ਪੇਪਰਾਂ ਦੀ। ਆਲ ਦੀ ਬੈਸਟ। ਥੈਂਕ ਯੂ।